ਅੱਜ ਗੁਰੂ ਸਾਹਿਬ ਅਲਾਣੀਆਂ ਦੇ ਪਾਠ ਦੀ ਸੇਵਾ ਲੈਣਗੇ। ਸੰਗਤ ਜੀ, ਜਦੋਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ, ਇਸ ਸੰਸਾਰ ਤੋਂ ਕੋਈ ਪ੍ਰਾਣੀ ਚਲਿਆ ਜਾਂਦਾ ਹੈ, ਤਾਂ ਉਹਦੇ ਅੰਤਮ ਸੰਸਕਾਰ ਤੋਂ ਮਗਰੋਂ ਜੋ ਵੀ ਪਾਠ ਪੜ੍ਹਿਆ ਜਾਂਦਾ ਉਹਨੂੰ ਅਲਾਣੀਆਂ ਦਾ ਪਾਠ ਕਿਹਾ ਜਾਂਦਾ। ਹੁਣ ਤੱਕ ਤਾਂ ਸਾਨੂੰ ਇਹ ਲੱਗਦਾ ਰਿਹਾ ਵੀ ਜੋ ਪ੍ਰਾਣੀ ਚਲਾ ਗਿਆ ਹੈ ਉਹਦੇ ਲਈ ਇਹ ਪਾਠ ਕੀਤਾ ਜਾਂਦਾ ਹੈ, ਪਰ ਜਦੋਂ ਹੁਣ ਵਿਚਾਰ ਆਪਾਂ ਕਰਦੇ ਹਾਂ ਸ਼ਬਦਾਂ ਦੀ, ਫਿਰ ਪਤਾ ਲੱਗਦਾ ਵੀ ਇਹ ਜੋ ਅਲਾਣੀਆਂ ਦਾ ਪਾਠ ਹੈ ਇਹ ਸਾਡੇ ਵਾਸਤੇ, ਜੋ ਪਿੱਛੇ ਰਹਿ ਜਾਂਦੇ ਆ ਉਹਨਾਂ ਵਾਸਤੇ ਹੈ। ਵੀ ਜੋ ਚਲਾ ਗਿਆ ਹੈ ਉਸੇ ਤਰ੍ਹਾਂ ਤੁਸੀਂ ਵੀ ਸਾਰਿਆਂ ਨੇ ਚਲੇ ਜਾਣਾ ਹੈ, ਇੱਥੇ ਬੈਠੇ ਨਹੀਂ ਰਹਿਣਾ। ਇਹ ਤਾਂ ਬਸ 4 ਦਿਨਾਂ ਦੇ ਪ੍ਰਾਹੁਣੇ ਆਏ ਆ ਆਪਾਂ ਇੱਥੇ, ਸਭ ਨੇ ਇੱਥੋਂ ਚਲੇ ਜਾਣਾ ਹੈ। ਤੇ ਇਹ ਜਿਹੜਾ ਰੋਣਾ ਪਿੱਟਣਾ ਇਹ ਸਭ ਵਿਅਰਥ ਹੈ। ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਤਾਂ ਰੋਣ ਦੀ ਬਜਾਏ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਰੋਣ ਦੀ ਬਜਾਏ ਨਿਰੰਕਾਰ ਦੀ ਰਜਾ ਵਿੱਚ ਤੁਰਨ ਲਈ ਕਹਿੰਦੇ ਆ, ਤੇ ਉਸ ਦੀ ਸ਼ਲਾਘਾ ਕਰਨ ਦਾ ਉਪਦੇਸ਼ ਦਿੰਦੇ ਆ ਇਸ ਸ਼ਬਦ ਦੇ ਵਿੱਚ। ਵਾਹਿਗੁਰੂ ਕਰੋ ਕਿਰਪਾ ਸੱਚੇ ਪਾਤਸ਼ਾਹ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ, ਅਲਾਣੀਆਂ। ਏਕ ਓਂਕਾਰ ਸਤਿਗੁਰ ਪ੍ਰਸਾਦ। ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੇ ਲਾਇਆ। ਗੁਰੂ ਸਾਹਿਬ ਫਰਮਾਉਂਦੇ ਆ, ਉਹ ਸਿਰਜਣਹਾਰ ਪਾਤਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਇਸ ਜਗਤ ਨੂੰ ਮਾਇਆ ਦੇ ਆਹਾਰ ਵਿੱਚ ਲਾਇਆ ਹੋਇਆ ਹੈ, ਆਹਾਰ ਵਿੱਚ ਲਾ ਰੱਖਿਆ ਹੈ। ਉਹ ਸੱਚਾ ਪਾਤਸ਼ਾਹ ਸਲਾਉਣ ਯੋਗ ਹੈ। ਮੋਹਲਤ ਪੁੰਨੀ ਪਾਈ ਭਰੀ, ਜਾਨੇੜਾ ਘੱਤ ਚਲਾਇਆ। ਜਦੋਂ ਜੀਵ ਨੂੰ ਮਿਲਿਆ ਸਮਾਂ ਮੁੱਕ ਜਾਂਦਾ ਹੈ, ਜ਼ਿੰਦਗੀ ਦਾ ਸਮਾਂ ਜਦੋਂ ਪੂਰਾ ਹੋ ਜਾਂਦਾ ਹੈ, ਉਮਰ ਦੀ ਪਿਆਲੀ ਹੈ ਜਿਹੜੀ ਉਹ ਭਰ ਜਾਂਦੀ ਹੈ, ਤਾਂ ਇਹ ਸਰੀਰ ਦੇ ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। ਵਾਹਿਗੁਰੂ। ਜੋ ਜਿੰਦਾ ਉਹ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ ਤੇ ਉਸਨੂੰ ਅੱਗੇ ਲਾ ਲਿਆ ਜਾਂਦਾ ਹੈ। ਜਾਨੀ ਘੱਤ ਚਲਾਇਆ, ਲਿਖਿਆ ਆਇਆ, ਰੁੰਨੇ ਵੀਰ ਸਬਾਏ। ਉਮਰ ਦਾ ਸਮਾਂ ਮੁੱਕਣ ਤੇ ਜਦੋਂ ਪਰਮਾਤਮਾ ਦਾ ਲਿਖਿਆ ਹੁਕਮ ਆਉਂਦਾ ਹੈ, ਤਾਂ ਫਿਰ ਮਗਰੋਂ ਸਾਰੇ ਸੱਜਣ ਸੰਬੰਧੀ ਰੋਂਦੇ ਹੈ। ਵਾਹਿਗੁਰੂ। ਮਗਰੋਂ ਸਾਰੇ ਸਾਕ ਸੰਬੰਧੀ ਭੈਣ ਭਰਾ ਸਾਰੇ ਰੋਂਦੇ ਹੈ। ਕਾਇਆ ਹੰਸ ਥੀਆ ਵਿਛੋੜੇ, ਜਾਂ ਦਿਨ ਪੁੰਨੇ ਮੇਰੀ ਮਾਏ। ਗੁਰੂ ਸਾਹਿਬ ਫਰਮਾਉਂਦੇ, ਇਹ ਮੇਰੀ ਮਾਂ, ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ ਤਾਂ ਸਰੀਰ ਤੇ ਜੀਵ ਆਤਮਾ ਦਾ ਸਦਾ ਲਈ ਵਿਛੋੜਾ ਹੋ ਜਾਂਦਾ ਹੈ। ਜੋ ਸਰੀਰ ਹੈ ਉਹ ਇੱਥੇ ਹੀ ਰਹਿ ਜਾਂਦਾ ਹੈ, ਤੇ ਵਿੱਚੋਂ ਜੋ ਜੀਵ ਆਤਮਾ ਹੁੰਦੀ ਹੈ ਉਹ ਵਿੱਚੋਂ ਨਿਕਲ ਜਾਂਦੀ ਹੈ। ਸਰੀਰ ਵੀ ਉਸ ਆਤਮਾ ਦੇ ਨਾਲ ਨਹੀਂ ਜਾਂਦਾ, ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਆਪਾਂ ਨੂੰ ਇਹੀ ਸਮਝਾਉਂਦੇ ਆ ਵੀ ਜੋ ਵੀ ਆਇਆ ਉਹਨੇ ਇਕੱਲੇ ਹੀ ਜਾਣਾ ਹੈ। ਜਿਹੜਾ ਉਹਦੇ ਨਾਲ ਸਰੀਰ ਵੀ ਆਉਂਦਾ ਹੈ ਨਾ, ਉਹ ਵੀ ਨਾਲ ਨਹੀਂ ਜਾਂਦਾ, ਕਿਉਂਕਿ ਇਹ ਜੋ ਮਨ ਹੈ ਉਸ ਨੂੰ ਆਕਾਰ ਲੈਣ ਵਾਸਤੇ ਆਪਾਂ ਨੂੰ ਫਿਰ ਇਹ ਸਰੀਰ ਪਰਮਾਤਮਾ ਦਿੰਦਾ ਹੈ, ਤੇ ਉਹ ਸਰੀਰ ਵੀ ਇੱਥੇ ਹੀ ਰਹਿ ਜਾਂਦਾ ਹੈ। ਜੇਹਾ ਲਿਖਿਆ ਤੇਹਾ ਪਾਇਆ, ਜੇਹਾ ਪੂਰਬ ਕਮਾਇਆ। ਉਸਨੇ ਫਿਰ ਜੋ ਆਪਦੇ ਅੰਤ ਸਮੇਂ ਤੋਂ ਪਹਿਲਾਂ ਕਰਮ ਕੀਤੇ ਹੁੰਦੇ ਆ, ਕਰਮ ਕਮਾਏ ਹੁੰਦੇ ਆ, ਜਿਹੋ ਜਿਹਾ ਸੰਸਕਾਰਾਂ ਦਾ ਲੇਖ ਉਹਦੇ ਮੱਥੇ ਤੇ ਲਿਖਿਆ ਜਾਂਦਾ, ਫਿਰ ਉਹੋ ਜਿਹਾ ਹੀ ਉਹਨੂੰ ਫਲ ਪ੍ਰਾਪਤ ਹੁੰਦਾ ਹੈ, ਜਿਵੇਂ ਉਹਦੇ ਮੁਕੱਦਰਾਂ ਦੇ ਵਿੱਚ ਲਿਖਿਆ ਹੁੰਦਾ ਹੈ। ਵਾਹਿਗੁਰੂ। ਧੰਨ ਸਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦੇ ਲਾਇਆ।
ਉਸੇ ਅਨੁਸਾਰ ਹੀ ਉਹਦਾ ਮੁਕੱਦਰ ਲਿਖਿਆ ਹੁੰਦਾ। ਉਹ ਪੈਦਾ ਕਰਨ ਵਾਲਾ ਸੱਚਾ ਪਰਮਾਤਮਾ ਉਸਤਤ ਦੇ ਯੋਗ ਹੈ, ਜਿਸ ਨੇ ਸਾਰੇ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਧੰਦੇ ਵਿੱਚ ਲਾਇਆ ਹੋਇਆ ਹੈ। ਵੇਖੋ ਸੰਗਤ ਜੀ, ਜੋ ਵੀ ਪ੍ਰਾਣੀ ਇੱਥੋਂ ਚਲਿਆ ਜਾਂਦਾ ਹੈ ਉਹਦੇ ਨਾਲ ਇਸ ਕੋਈ ਵੀ ਪਦਾਰਥ ਨਾਲ ਨਹੀਂ ਜਾਂਦੇ। ਆਪਾਂ ਨੂੰ ਤਾਂ ਇਹ ਲੱਗਦਾ ਵੀ ਖਣੀ ਅਸੀਂ ਤਾਂ ਇੱਥੇ ਹੀ ਬੈਠੇ ਰਵਾਂਗੇ, ਅਸੀਂ ਤਾਂ ਜਾਣਾ ਹੀ ਨਹੀਂ। ਤੇ ਪਰ ਇਸ ਮਨ ਨੂੰ, ਇਸ ਕਮਲੇ ਸਰੀਰ ਨੂੰ, ਉਹਨੂੰ ਕਮਲੇ ਮਨ ਨੂੰ ਇਹ ਨਹੀਂ ਪਤਾ ਵੀ ਜੋ ਸਰੀਰ ਨਾਲ ਆਇਆ ਉਹ ਵੀ ਨਾਲ ਨਹੀਂ ਜਾਣਾ, ਤੇ ਹੋਰ ਤਾਂ ਕਿਸੇ ਨੇ ਕੀ ਨਾਲ ਜਾਣਾ। ਇਹ ਸੁੱਤਾ ਹੀ ਪਿਆ ਹਜੇ ਆਪਣਾ ਮਨ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਿਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਗੁਰੂ ਸਾਹਿਬ ਕਹਿੰਦੇ ਆ, ਹੇ ਮੇਰੇ ਮਨ, ਹੋਸ਼ ਕਰ ਲਾ, ਤੂੰ ਕਿਉਂ ਮਾਇਆ ਦੇ ਮੋਹ ਵਿੱਚ ਬੇਪਰਵਾਹ ਹੋਇਆ ਹੋ ਕੇ ਸੁੱਤਾ ਪਿਆ ਹੈ। ਸੁੱਤੇ ਹੀ ਪਏ ਆ ਨਾ। ਵੇਖ, ਜਿਹੜਾ ਇਹ ਸਰੀਰ ਮਨੁੱਖ ਦੇ ਨਾਲ ਪੈਦਾ ਹੋਇਆ, ਇਹ ਵੀ ਅਖੀਰ ਵੇਲੇ ਉਹਦੇ ਨਾਲ ਨਹੀਂ ਜਾਂਦਾ, ਉਹ ਇੱਥੇ ਮਿੱਟੀ ਹੋ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ। ज्यों सुपना और पेखना, ऐसे जग को जान, इनमें कुछ साचो नहीं, नानक बिन भगवान। गुरु साहब कहते जिवें सुत्ते पिया सुपना आउंदा ना, उस सुपने च आपां नूं बहुत पदार्थ दिसदे आ, ते जदों अपनी जाग खुलदी है तो फिर वो पदार्थ तां उत्थे सुपने दे विच ही रह जांदे आ ना। ते उवें ही गुरु साहब फरमाउंदे भी इस जगत नूं, इस संसार नूं भी तूं उह सुपने वांगू ही समझ। एक परमात्मा के नाम तो बिना इस संसार विच जो भी दिस रहे पदार्थ है, उन्हां विचों कोई भी पदार्थ सदा निभाउण वाला नहीं गा। इकल्ले ही इस दुनिया ते आए हाँ ते इकल्लियां ने ही जाना, कोई भी शै नाल नहीं जानी। साहिब सिमरियो मेरे भाइयो सबना एहे पयाना, हे मेरे भरावो सदा फिर मालक प्रभु का सिमरन करो, सब ने इस दुनिया तो चले जाना है। इत्थे धंधा कूड़ चार, देहा आगे सर पर जाना। कहंदे माया दा झूठा आहर 4 दिनां दा है। ये दुनिया का जो आर दे विच परमात्मा ने लाया है, ये सिर्फ 4 दिनां लई है, ते हरेक ने इत्थों गां परलोक विच जरूर चले जाना है। तो इत्थे आपां मैं करते फिरते रहने भी आ भी मेरा, आ भी मेरा, आ भी बना ला, आ भी बना ला, पर किसी ने भी कुछ भी लैके नहीं जाना। तो इत्थों जाना भी जरूर है, इत्थे बैठे नहीं रहना सदा। आगे सर पर जाना जो मेहमाना, काहे गारब कीजै। गुरु साहब फरमाउंदे आ, इत्थों गां हरेक ने चले जाना है। इसे जगत विच असीं प्राहुणियां वांग आए हाँ। गुरु साहब फरमाउंदे आ, कहंदे किसी भी धन ने धन दा मान नहीं करना चाहिए, किसी भी पदार्थ दा मान करना व्यर्थ है। वाहिगुरू। जित सेवै दरगह सुख पाइए, नाम किसे का लीजै। गुरु साहब फरमाउंदे उस परमात्मा दा नाम सिमरना चाहिए है, जिस दे सिमरन नाल परमात्मा की हजूरी विच आत्मक आनंद मिलता है। परमात्मा दे सिमरन ने ही नाल जाना है, परमात्मा दे नाम ने ही नाल जाना है, और सब कुछ इत्थे रह जाना है। अगे हुक्म न चले मूले, सिर सिर क्या विहाना। फिर गुरु साहब फरमाउंदे है, जदों इत्थों जिंद चली जाती है तो फिर उत्थे परलोक विच किसी का भी हुक्म नहीं चलता, फिर उत्थे अपने कीते कर्मां दा फल भुगतना पैंदा है। वाहिगुरू वाहिगुरू। साहिब सिमरो मेरे भाइयों सबना एहे पयाना। गुरु साहब फरमाउंदे है, मेरे भरावो उस सदा थे रहने वाले मालक प्रभु का सिमरन करो, सब ने इस दुनिया तो चले जाना है। जो तिस भावै समरथ सो थिया, हिलड़ा ये संसारो।
ਗੁਰੂ ਸਾਹਿਬ ਫਰਮਾਉਂਦੇ ਜਗਤ ਦੇ ਜੀਵਾਂ ਦਾ ਉਦਮ ਤਾਂ ਇੱਕ ਬਹਾਨਾ ਹੀ ਹੈ, ਹੁੰਦਾ ਤਾਂ ਉਹੀ ਹੈ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ। ਤੇ ਜੀਵ ਤਾਂ ਬਸ ਐਵੇਂ ਉਦਮ ਕਰਦੇ ਵੀ ਆ ਮੈਂ ਕਰਤਾ, ਇੱਕ ਆਪਦੇ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਆ ਵੀ ਸਾਰਾ ਕੁਝ ਕਿਤੇ ਮੈਂ ਹੀ ਕੀਤਾ, ਵੀ ਇਹ ਦੁਨੀਆ ਤਾਂ ਮੇਰੀ ਹੀ ਠੱਲੀ ਖੜੀ ਹੈ। ਪਰ ਨਹੀਂ, ਹੁੰਦਾ ਉਹੀ ਹੈ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਹੈ। ਜਲ ਥਲ ਮਹੀਲ ਰਵ ਰਿਆ ਸਾਚੜਾ ਸਿਰਜਣਹਾਰੋ, ਉਹ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਪਾਣੀ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ। ਘਟ ਘਟ ਵਿੱਚ, ਜਰੇ ਜਰੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਮੌਜੂਦ ਹੈ। ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਂ ਕਾ ਅੰਤ ਨ ਪਾਇਆ, ਉਹ ਪ੍ਰਭੂ ਸਦਾ ਸਥਿਰ ਰਹਿਣ ਵਾਲਾ ਹੈ। ਉਸ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ। ਕੋਈ ਵੀ ਜੀਵ ਉਹਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਗੁਰੂ ਸਾਹਿਬ ਕਹਿੰਦੇ ਉਹਦੇ ਇੰਨੇ ਗੁਣ ਆ, ਕੋਈ ਉਹਦੇ ਗੁਣਾਂ ਦਾ ਅੰਤ ਲੱਭ ਹੀ ਨਹੀਂ ਸਕਦਾ, ਇੰਨੇ ਗੁਣ ਆ ਉਹਦੇ ਵਿੱਚ। ਆਇਆ ਤਿਨ ਕਾ ਸਫਲ ਭਇਆ ਹੈ, ਇੱਕ ਮਨ ਜਿਨੀ ਤੇ ਆਇਆ। ਗੁਰੂ ਸਾਹਿਬ ਫਰਮਾਉਂਦੇ ਹੈ ਸੰਸਾਰ ਵਿੱਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੇ ਨਾਲ ਸੁਰਤ ਜੋੜ ਲਈ ਤੇ ਸੁਰਤ ਜੋੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ ਹੈ। ਵਾਹਿਗੁਰੂ ਵਾਹਿਗੁਰੂ, ਉਹਨਾਂ ਦਾ ਹੀ ਇੱਥੇ ਆਉਣਾ ਸਫਲ ਹੈ। ਗੁਰੂ ਸਾਹਿਬ ਕਹਿੰਦੇ ਬਾਕੀ ਸਭ ਦਾ ਆਉਣਾ ਵਿਅਰਥ ਹੈ। ਫਿਰ ਉਹਨਾਂ ਦੇ ਕੀਤੇ ਕਰਮ ਅਨੁਸਾਰ ਅੱਗੇ ਭਾਂਡਾ ਤਿਆਰ ਹੁੰਦਾ ਹੈ। ਜਿਵੇਂ ਜਿਵੇਂ ਦੇ ਕਰਮ ਮਨੁੱਖ ਕਰਦਾ ਹੈ ਉਵੇਂ ਉਵੇਂ ਉਹਨਾਂ ਨੂੰ ਅੱਗੇ ਜਨਮ ਮਿਲ ਜਾਂਦਾ ਹੈ। ਫਿਰ ਆਪਣੇ ਕੀਤੇ ਕਰਮ ਅਨੁਸਾਰ ਅੱਗੇ ਫਲ ਭੁਗਤਦਾ ਹੈ। ਢਾਹੇ ਢਾਹ ਉਸਾਰੇ ਆਪੇ ਹੁਕਮ ਸਵਾਰਨ ਹਾਰੋ, ਉਹ ਪਰਮਾਤਮਾ ਆਪ ਹੀ ਜਗਤ ਰਚਨਾ ਨੂੰ ਢਾਉਂਦਾ ਹੈ ਤੇ ਆਪ ਹੀ ਫਿਰ ਬਣਾ ਲੈਂਦਾ ਹੈ। ਵਾਹਿਗੁਰੂ ਪਹਿਲਾਂ ਉਹ ਆਪ ਹੀ ਢਾਹ ਦਿੰਦਾ ਹੈ, ਢਾਹ ਕੇ ਫਿਰ ਆਪ ਹੀ ਬਣਾ ਦਿੰਦਾ ਹੈ। ਆਪਣੇ ਹੁਕਮ ਅੰਦਰ ਉਹ ਸਾਰਿਆਂ ਦਾ ਭਲਾ ਕਰਨ ਵਾਲਾ ਹੈ। ਜੇ ਉਹ ਚਾਹਵੇ ਤਾਂ ਚੰਗੇ ਜੀਵਨ ਵਾਲਾ ਵੀ ਬਣਾ ਸਕਦਾ ਹੈ। ਉਹਨੇ ਆਪਣੇ ਹੁਕਮ ਵਿੱਚ ਹੀ ਸਾਰੇ ਜੀਵਾਂ ਨੂੰ ਲਾਉਣਾ ਹੈ। ਜਿਵੇਂ ਜਿਵੇਂ ਹੁਕਮ ਤਿਵੇ ਤਿਵਕਾਰ, ਜਿਵੇਂ ਜਿਵੇਂ ਉਹਦਾ ਹੁਕਮ ਹੁੰਦਾ ਉਵੇਂ ਉਵੇਂ ਜੀਵ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਰਹਿੰਦੇ ਆ। ਜੋ ਤਿਸ ਭਾਵੈ ਸਮਰੱਥ ਸੋ ਥੀਆ, ਹੀਲੜਾ ਇਹ ਸੰਸਾਰੋ, ਜਗਤ ਦੇ ਜੀਵਾਂ ਦਾ ਉਦਮ ਤਾਂ ਇੱਕ ਬਹਾਨਾ ਹੀ ਹੁੰਦਾ ਹੈ। ਜੋ ਜੀਵ ਉਦਮ ਕਰਦੇ ਆ ਉਹ ਤਾਂ ਇੱਕ ਬਹਾਨਾ ਹੀ ਹੁੰਦਾ ਹੈ। ਗੁਰੂ ਸਾਹਿਬ ਫਰਮਾਉਂਦੇ ਆ, ਕਹਿੰਦੇ ਹੁੰਦਾ ਉਹੀ ਕੁਛ ਹੈ ਜੋ ਸਰਵ ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ। ਵਾਹਿਗੁਰੂ, ਜੋ ਉਹਨੂੰ ਠੀਕ ਲੱਗਦਾ ਹੈ ਉਹੀ ਹੁੰਦਾ ਹੈ। ਨਾਨਕ ਰੂਨਾ ਬਾਬਾ ਜਾਣੀਐ, ਜੇ ਰੋਵੇ ਲਏ ਪਿਆਰੋ, ਇਸ ਲਈ ਜੋ ਵੀ ਪ੍ਰਾਣੀ ਇੱਥੋਂ ਚਲਿਆ ਜਾਂਦਾ ਉਹਦੇ ਮਗਰੋਂ ਰੋਣ ਦਾ ਗੁਰੂ ਸਾਹਿਬ ਕਹਿੰਦੇ ਕੋਈ ਫਾਇਦਾ ਨਹੀਂ, ਸਭ ਵਿਅਰਥ ਹੈ। ਕਿਉਂਕਿ ਕਿਸੇ ਨੇ ਵੀ ਇੱਥੇ ਬੈਠੇ ਨਹੀਂ ਰਹਿਣਾ, ਸਭ ਨੇ ਆਪੋ ਆਪਣੀ ਵਾਰੀ ਇੱਥੋਂ ਚਲੇ ਜਾਣਾ ਹੈ। ਕਹਿੰਦੇ ਇਹ ਰੋਣਾ ਤਾਂ ਵਿਅਰਥ ਹੈ। ਕਹਿੰਦੇ ਉਸ ਨੂੰ ਸਹੀ ਵਿਰਾਗ ਵਿੱਚ ਆਇਆ ਜਾਣੋ ਜੋ ਪਰਮਾਤਮਾ ਦੇ ਮਿਲਾਪ ਦੀ ਖਾਤਰ ਵਿਰਾਗ ਚ ਆਉਂਦਾ ਹੈ। ਜੇ ਰੋਣਾ ਤਾਂ ਕਹਿੰਦੇ ਪਰਮਾਤਮਾ ਦੇ ਮਿਲਾਪ ਲਈ ਰੋਵੋ। ਵਾਹਿਗੁਰੂ, ਪਰ ਜਿਹੜਾ ਇਹ ਬੇਖਬਰ ਸੰਸਾਰ ਹੈ ਉਹ ਤਾਂ ਮਾਇਆ ਦੀ ਖਾਤਰ ਰੋਂਦਾ ਹੈ। ਉਹਨਾਂ ਨੂੰ ਤਾਂ ਇਹ ਹੈ ਵੀ ਉਹ ਤਾਂ ਆਪਣੇ ਜੋ ਮਨੁੱਖ ਗਿਆ ਹੈ ਉਹਦੀ ਲੋੜ ਨੂੰ, ਉਹਦੇ ਕੰਮਾਂ ਨੂੰ ਮਾਇਆ ਦੀ ਖਾਤਰ ਹੀ ਰੋਂਦਾ ਹੈ। ਪਰ ਗੁਰੂ ਸਾਹਿਬ ਫਰਮਾਉਂਦੇ ਆ ਇਹ ਰੋਣਾ ਵਿਅਰਥ ਹੈ। ਜੇ ਰੋਣਾ ਤਾਂ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦੇ ਵਿਰਾਗ ਵਿੱਚ ਰੋਵੋ। ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬਿਕਾਰੋ,
हे भाई, दुनिया के धन पदार्थां की खातर जो रोंदा है वो रोना सारा व्यर्थ जाता है। रोवण सगल बेकारो, गाफल संसारो, माया कारण रोवो, माया कारण रोवै। परमात्मा वालों भुला होया जगत माया की खातर रोंदा है। ये सारा रुदन व्यर्थ है। चंगा मंदा किछ सूझे नाही, ए तन एवै खोवै। गुरु साहब फरमाउंदे मनुख नूं चंगे मंदे कम्मां दी पछाण ही नहीं आउंदी। ਉਹ ਤਾਂ ਸਗੋਂ ਮਾਇਆ ਦੀ ਖਾਤਰ रो रो के इस शरीर ਨੂੰ नाश कर ਲੈਂਦਾ ਹੈ। ਵਾਹਿਗੁਰੂ ਵਾਹਿਗੁਰੂ, ਇਸ ਸਰੀਰ ਨੂੰ ਵਿਅਰਥ ਹੀ ਨਾਸ਼ ਕਰ ਲੈਂਦਾ ਹੈ। ਗੁਰੂ ਸਾਹਿਬ ਕਹਿੰਦੇ ਇੱਥੇ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰੋ। ਕਹਿੰਦੇ ਜੋ ਜਗਤ ਵਿੱਚ ਜਨਮ ਲੈ ਕੇ ਆਇਆ ਹੈ ਉਸਨੇ ਆਪਣਾ ਸਮਾਂ ਮੁਕਾ ਕੇ ਚਲੇ ਜਾਣਾ ਹੈ। नाशवंत जगत के मोह विच फस के व्यर्थ का मान करते हो, व्यर्थ का हंकार करते हैं। कहते गुरु साहब फरमाते हैं, नानक रुना बाबा जानिए, जे रोवे लाए प्यारो। हे नानक, उसे नूं सही विराग विच आया जानो जो प्यार नाल परमात्मा दे मिलाप की खातर विराग विच आउंदा है। वाहिगुरू वाहिगुरू। गुरु साहब आपां नूं इस शब्द विच रजा विच रहण लई ते उस अकाल पुरख वाहिगुरू दी शलाघा करन दा उपदेश दिंदे है। कहंदे जो भी आया है उन्हें जाना है, सब ने जाना है ते रोना व्यर्थ है। वाहिगुरू वाहिगुरू। रजा च रहना, भाणा मनना, यही शब्द सानू समझाउंदे है। शब्द गुरु सानू यही समझाउंदे आ किवें भाणा मनना है, किवें रजा विच रहना है। गुरु साहब कहंदे जो आया सो चल सी, सबना को आई वारी है। कहंदे जेड़ा भी आया उन्हें इत्थों चले जाना है। इत्थे किसी ने सदा लई टिक के बैठे नहीं रहना। सो जो भी इत्थे ਆਪਾਂ कोई प्राणी चला जाता ਉਹਦੇ मगरों रोण ਦਾ कोई फायदा नहीं, कोई कुछ नहीं मिलना। जे रोना है तो परमात्मा दे प्यार लई, परमात्मा दे मिलाप लई रोवो, तां विराग करो। वाहिगुरू वाहिगुरू। हे अकाल पुरख वाहिगुरू सच्चे पातशाह, सानू भाणा मनना आ जावे। सच्चे पातशाह सानू तेरी रजा च रहना आ जे। वाहिगुरू तेरी रजा मननी आ जावे। सच्चे पातशाह वाहिगुरू वाहिगुरू वाहिगुरू। हाँ जी संगत जी, अज गुरु साहब ने इन्नी सेवा बख्शी। गुरबाणी पढ़द्या विचार करद्या अनेका गलतियां हो जांदियां, अनजान बच्चे समझ के माफ़ करना। वाहिगुरू अगे तो शुद्ध ते स्पष्ट बाणी पढ़न दा बल बख्शना। वाहिगुरू गुरु ते संगत बख्शण योग है, बख्श लेना। सही प्यारे मेलना जिन्हां दे मिलिया तेरा नाम चितावे, तू चेते आवे। सच्चे पातशाह वाहिगुरू जी का खालसा वाहिगुरू जी की फतेह। पाते अबर न तेरी पाते।